Hello, good morning students. Welcome to my class. My name is Hafiz from Government Middle School, Nainoa. Today my topic is conservation of plants and animals. This is lesson number 7th from class 8th. In Punjabi language, this is called ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ. ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕੁਝ ਜਨਰਲ ਗੱਲਾਂ ਹੀ ਕਰਾਂਗੇ. ਮੋਸਟਲੀ ਜਿੰਨੇ ਵੀ ਅਸੀਂ ਟੌਪਿਕ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਕੁਝ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਅਸੀਂ ਕੁਝ ਜਨਰਲ ਗੱਲਾਂ ਹੀ ਕਰਦੇ ਹਾਂ. ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਵੀ ਪਹਿਲਾਂ ਅਸੀਂ ਕੁਝ ਜਨਰਲ ਗੱਲਾਂ ਹੀ ਕਰਨੀਆਂ ਹਨ. ਹੁਣ ਸਾਨੂੰ ਪਤਾ ਹੈ ਕਿ ਸਾਡੀ ਧਰਤੀ 'ਤੇ ਬਹੁਤ ਸਾਰੇ ਪੌਦੇ ਅਤੇ ਜੀਵ ਜੰਤੂ ਰਹਿੰਦੇ ਹਨ. ਹੁਣ ਇਹ ਮਨੁੱਖ ਦੀ ਹੋਂਦ ਲਈ ਵੀ ਬਹੁਤ ਜ਼ਰੂਰੀ ਹਨ ਪੌਦੇ ਅਤੇ ਜੀਵ ਜੰਤੂ, ਕਿਉਂਕਿ ਪੌਦੇ ਅਤੇ ਜੀਵ ਜੰਤੂਆਂ ਤੋਂ ਹੀ ਸਾਨੂੰ ਭੋਜਨ ਮਿਲਦਾ ਹੈ. ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ 6ਵੀਂ ਅਤੇ 7ਵੀਂ ਕਲਾਸ ਦੇ ਵਿੱਚ. ਅਤੇ ਹੁਣ ਸਾਨੂੰ ਇਹ ਵੀ ਪਤਾ ਹੈ ਕਿ ਵੱਡੀ ਮਾਤਰਾ ਵਿੱਚ ਸਾਡੇ ਜਿਹੜੇ ਜੀਵ ਜੰਤੂ ਜਾਂ ਪੌਦਾ ਜਗਤ ਹੈ ਉਹ ਸਾਨੂੰ ਮਿਲਦਾ ਹੈ ਜੰਗਲਾਂ ਦੇ ਵਿੱਚ. ਹੁਣ ਅੱਜ ਕੱਲ੍ਹ ਕੀ ਹੋ ਰਿਹਾ, ਮੋਸਟਲੀ ਬਹੁਤ ਸਮੇਂ ਤੋਂ ਹੋ ਰਿਹਾ ਹੈ ਕਿ ਜੰਗਲਾਂ ਦੀ ਕਟਾਈ ਹੋ ਰਹੀ ਆ. ਜੰਗਲਾਂ ਦੀ ਕਟਾਈ ਦੇ ਨਾਲ ਕੀ ਹੋ ਰਿਹਾ ਆ ਕਿ ਜਾਨਵਰਾਂ ਦੇ ਜਿਹੜੇ ਆਵਾਸ ਸਥਾਨ ਆ, ਜਿੱਥੇ ਵੀ ਜਾਨਵਰ ਰਹਿੰਦੇ ਆ, ਦੇਅਰ ਨੈਚੁਰਲ ਹੈਬਿਟੇਟਸ ਦੇ ਗੈਟਸ ਡਿਸਟਰੋਇਡ. ਐਨੀਮਲਸ ਦੇ ਜਿੰਨੇ ਵੀ ਆ ਉਹ ਆਵਾਸ ਸਥਾਨ ਨਸ਼ਟ ਹੋਈ ਜਾ ਰਹੇ ਆ. ਇਸ ਕਰਕੇ ਉਹ ਜਿਹੜੇ ਜੰਗਲਾਂ ਤੋਂ ਆਉਂਦੇ ਹਨ ਮਨੁੱਖ ਦੇ ਆਵਾਸ ਸਥਾਨਾਂ ਵਿੱਚ, ਉੱਥੇ ਮਨੁੱਖ ਦੇ ਨਾਲ ਇਹਨਾਂ ਦਾ ਟਕਰਾਅ ਹੁੰਦਾ, ਜਿਹਦੇ ਕਰਕੇ ਬਹੁਤ ਸਾਰੇ ਜਾਨਵਰ ਆਪਣੀ ਲਾਈਫ ਜਿਹੜੀ ਆ ਲੂਜ਼ ਕਰ ਲੈਂਦੇ ਆ. ਹੁਣ ਸਾਡਾ ਇਸ ਦੇ ਰਿਲੇਟਡ ਸਭ ਤੋਂ ਪਹਿਲਾ ਟੌਪਿਕ ਹੀ ਇਹ ਆ ਕਿ ਜੰਗਲਾਂ ਦੀ ਕਟਾਈ, ਵਿਚ ਇਜ਼ ਕਾਲਡ ਡੀਫੋਰੈਸਟੇਸ਼ਨ ਇਨ ਇੰਗਲਿਸ਼. ਹੁਣ ਜੰਗਲਾਂ ਦੀ ਕਟਾਈ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ. ਜੰਗਲਾਂ ਦਾ ਖਾਤਮਾ ਅਤੇ ਇਸ ਦੀ ਭੂਮੀ ਨੂੰ ਹੋਰ ਕੰਮਾਂ ਲਈ ਵਰਤਣਾ, ਇਸ ਨੂੰ ਹੀ ਕਹਿੰਦੇ ਆ ਜੰਗਲਾਂ ਦੀ ਕਟਾਈ. The process of cutting of trees and utilizing the land for other purposes. Other purposes ਕੀ ਹੁੰਦਾ? ਹੋਰ ਕੰਮਾਂ ਦੇ ਲਈ, ਹੋਰ ਕੰਮਾਂ ਲਈ ਉਸ ਜਗ੍ਹਾ ਨੂੰ ਵਰਤ ਲੈਣਾ, ਉਸ ਨੂੰ ਕਹਿੰਦੇ ਹਾਂ ਅਸੀਂ ਡੀਫੋਰੈਸਟੇਸ਼ਨ ਜਾਂ ਜੰਗਲਾਂ ਦੀ ਕਟਾਈ. ਹੁਣ ਇਸ ਦਾ ਕਾਰਨ ਕੀ ਹੈ? ਜੰਗਲਾਂ ਦੀ ਕਟਾਈ ਦਾ ਸਭ ਤੋਂ ਵੱਡਾ ਕਾਰਨ ਹੈ ਖੇਤੀਬਾੜੀ, ਘਰਾਂ ਅਤੇ ਕਾਰਖਾਨਿਆਂ ਦੇ ਨਿਰਮਾਣ ਲਈ, ਫਰਨੀਚਰ ਅਤੇ ਬਾਲਣ ਲਈ, ਲੱਕੜ ਦੇ ਲਈ. ਇਸ ਨੂੰ ਸਾਈਡ ਬਾਏ ਸਾਈਡ ਅਸੀਂ ਡਿਸਕਸ ਕਰਦੇ ਹਾਂ. ਹੁਣ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਜੰਗਲਾਂ ਦੀ ਕਟਾਈ ਦੇ ਬਾਰੇ. ਹੁਣ ਅਸੀਂ ਪੜ੍ਹਨਾ ਆ ਕਿ ਜੰਗਲਾਂ ਦੀ ਕਟਾਈ ਜਿਹੜੀ ਆ ਉਸ ਪਿੱਛੇ ਕਾਰਨ ਕੀ ਆ ਕਿ ਜੰਗਲਾਂ ਦੀ ਸਾਨੂੰ ਕਟਾਈ ਕਰਨ ਦੀ ਲੋੜ ਪੈਂਦੀ ਆ. ਕਾਜ਼ਸ ਆਫ ਕਾਜ਼ਸ ਦਾ ਮਤਲਬ ਹੁੰਦਾ ਕਾਰਨ. ਕੀ ਕਾਰਨ ਆ ਡੀਫੋਰੈਸਟੇਸ਼ਨ ਦੇ ਲਈ, ਕਟਿੰਗ ਆਫ ਟਰੀਜ਼ ਦਾ ਕੀ ਕਾਰਨ ਆ? ਹੁਣ ਇਹਦੇ ਬਾਰੇ ਅਸੀਂ ਪੜ੍ਹਨਾ. ਸਭ ਤੋਂ ਪਹਿਲਾ ਕਾਰਨ ਹੈ ਤਾਂ ਖੇਤੀਬਾੜੀ. ਹੁਣ ਸਭ ਤੋਂ ਵੱਡਾ ਕਾਰਨ ਹੈ ਕਿ ਜਨਸੰਖਿਆ, ਪਾਪੂਲੇਸ਼ਨ. ਜਿਹੜੇ ਸਾਡੇ ਪੂਰੇ ਵਰਲਡ ਦੀ ਆ ਪਾਪੂਲੇਸ਼ਨ ਹਰ ਸਾਲ ਵੱਧਦੀ ਹੈ. ਉਸ ਦੇ ਕਾਰਨ ਕੀ ਹੁੰਦਾ ਆ ਕਿ ਉਹਨਾਂ ਨੂੰ ਭੋਜਨ, ਉਹਨਾਂ ਦੇ ਲਈ ਜੇ ਜਨਸੰਖਿਆ ਵੱਧ ਰਹੀ ਹੈ ਤਾਂ ਉਹਦੇ ਲਈ ਫੂਡ ਵੀ ਚਾਹੀਦਾ ਹੈ. ਹੁਣ ਕਿਸਾਨ ਜਿਹੜਾ ਆ, ਕਿਸਾਨ ਹੁਣ ਉਗਾਉਣਾ ਤਾਂ ਖੇਤਾਂ ਦੇ ਵਿੱਚ ਹੀ ਆ, ਉਹਨੂੰ ਕੋਈ ਏਰੀਆ ਕਵਰ ਕਰਨਾ ਪੈਣਾ, ਫਸਲ ਉਗਾ ਸਕੇ ਜਿਹੜਾ. ਇਸ ਕਰਕੇ ਉਹ ਜੰਗਲਾਂ ਦੀ ਕਟਾਈ ਜਿਹੜੀ ਹੋ ਰਹੀ ਆ ਤਾਂ ਕਿ ਕਿਸਾਨ ਜਿਹੜਾ ਵੱਧ ਤੋਂ ਵੱਧ ਜਿਹੜੀ ਫਸਲ ਉਗਾ ਸਕੇ, ਤਾਂ ਕਰਕੇ ਜਨਸੰਖਿਆ ਦਾ ਜਿਹੜਾ ਪੇਟ ਪਾਲਿਆ ਜਾ ਸਕੇ. ਇੱਕ ਸਾਡਾ ਕਾਰਨ ਤਾਂ ਪਹਿਲਾਂ ਇਹੀ ਹੋ ਗਿਆ ਕਿ ਖੇਤੀਬਾੜੀ ਕਾਰਜਾਂ ਦੇ ਕਰਕੇ ਸਾਡੀ ਜਿਹੜੀ ਜੰਗਲਾਂ ਦੀ ਕਟਾਈ ਹੋ ਰਹੀ ਆ. ਅਗਲਾ ਕਾਰਨ ਹੈ ਘਰਾਂ ਅਤੇ ਕਾਰਖਾਨਿਆਂ ਦੇ ਨਿਰਮਾਣ ਦੇ ਲਈ. ਹੁਣ ਅਸੀਂ ਪੜ੍ਹਿਆ ਹੈ ਕਿ ਹੁਣ ਵੱਧਦੀ ਜਨਸੰਖਿਆ ਜਿਹੜੀ ਆ ਉਹਨਾਂ ਦੀਆਂ ਡਿਮਾਂਡਸ ਵੀ ਵੱਧਦੀਆਂ, ਘਰ ਵੀ ਚਾਹੀਦੇ ਉਹਨਾਂ ਨੂੰ ਰਹਿਣ ਦੇ ਲਈ. ਇਸ ਕਰਕੇ ਉਹ ਘਰ ਬਣਾਉਣੇ ਨੂੰ ਜਾਂ ਕਾਰਖਾਨੇ ਬਣਾਉਣੇ ਨੂੰ, ਕਈ ਤਰ੍ਹਾਂ ਦੇ ਕਾਰਖਾਨੇ, ਕਈ ਚੀਜ਼ਾਂ ਦੇ, ਕੱਪੜੇ ਦੇ, ਹੋਰ ਬੁੱਕਸ ਦਾ ਕਾਰਖਾਨਾ ਹੁੰਦਾ, ਇਲੈਕਟ੍ਰੋਨਿਕਸ ਦਾ ਕਾਰਖਾਨਾ ਹੁੰਦਾ, ਉਹ ਬਣਾਉਣ ਦੇ ਲਈ ਡਿਮਾਂਡਸ ਵਧਣੇ ਦੇ ਕਰਕੇ, ਜਨਸੰਖਿਆ ਵਧਣੇ ਦੇ ਕਰਕੇ ਇਹ ਕਾਰਖਾਨਿਆਂ ਦੇ ਨਿਰਮਾਣ ਕਰਦੇ ਆ, ਘਰਾਂ ਦੇ ਨਿਰਮਾਣ ਕਰਦੇ ਆ, ਫॉर ਬਿਲਡਿੰਗ ਹਾਊਸਿਸ ਐਂਡ ਫੈਕਟਰੀਜ਼. ਇਸ ਕਰਕੇ ਸਾਨੂੰ ਜੰਗਲਾਂ ਦੀ
कटाई करनी पै रही है। कटाई इस करके जिहड़ा इंसान आ ये नीड्स पूरी करने नूं जंगलों की कटाई करदा। अगे आ जाओ। हुण असी ਜਦੋਂ कोई वधिया घर दे विच जांदे आ असी उस घर दा टॉप क्लास दा फर्नीचर देखते हैं। हुण वो फर्नीचर आया कित्थों आ? हुण लक्कड़ तां दरखत नूं कट के ही आउणी आ। इस करके जंगलों नूं साफ किया जाता कि उन्हां दी लक्कड़ जिहड़ी आ जावे तां कि मैक्सीमम जिहड़ियां इदां दीयां चीज़ां लक्कड़ दीयां बन सकण, शिंगार पूरे डेकोरेटिव मटीरियल बन सकण लक्कड़ दे। अगला हैगा बालण दे वजों। हुण एज ए एनर्जी लक्कड़ नूं भी वरतिया जाता, जिहड़ी एनर्जी निकलदी है कारखानिਆਂ ਵਿੱਚ ਵਰਤੀ ਜਾਂਦੀ है। हुण घर ਦੇ ਵਿੱਚ ਵੀ ਲੱਕੜ ਨੂੰ ਜਾਲਿਆ ਜਾਂਦਾ ਆ ਤੇ ਇਸ ਕਰਕੇ ਜੰਗਲ ਸਾਡੇ ਜਿਹੜੇ ਆ ਸਾਫ਼ ਹੋ ਰਹੇ ਆ। ਇਹ ਕਾਰਨ ਸਨ ਸਾਡੇ ਜੰਗਲਾਂ ਦੀ ਕਟਾਈ ਦੇ ਕੁਝ ਕਾਰਨ। ਓਕੇ, ਸਾਡਾ ਟੌਪਿਕ ਚੱਲ ਰਿਹਾ ਸੀਗਾ ਜੰਗਲਾਂ ਦੀ ਕਟਾਈ। ਹੁਣ ਸਾਡਾ ਅਗਲਾ ਟੌਪਿਕ ਹੈ ਜੰਗਲਾਂ ਦੀ ਕਟਾਈ ਦੇ ਪ੍ਰਭਾਵ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਮਨੁੱਖ ਆਪਣੇ ਫਾਇਦੇ ਦੇ ਲਈ ਜੰਗਲਾਂ ਨੂੰ ਕੱਟ ਰਿਹਾ ਹੈ। ਹੁਣ ਅਸੀਂ ਇਸ ਟੌਪਿਕ ਵਿੱਚ ਪੜ੍ਹਨਾ ਹੈ ਕਿ ਆਪਣੇ ਫਾਇਦੇ ਦੇ ਕਾਰਨ ਜਿਹੜੇ ਹੁਣ ਉਹ ਪ੍ਰਭਾਵ ਪੈਂਦੇ ਆ ਧਰਤੀ ਦੇ ਉੱਪਰ, ਉਸ ਦੇ ਬਾਰੇ ਅਸੀਂ ਚਰਚਾ ਕਰਨੀ ਆ। ਹੁਣ ਇਫੈਕਟਸ ਆਫ ਡੀਫੋਰੈਸਟੇਸ਼ਨ। ਇਫੈਕਟਸ ਦਾ ਅਰਥ ਹੁੰਦਾ ਪ੍ਰਭਾਵ। ਡੀਫੋਰੈਸਟੇਸ਼ਨ ਜੰਗਲਾਂ ਦੀ ਕਟਾਈ ਦੇ ਕੀ ਪ੍ਰਭਾਵ ਹਨ। ਹੁਣ ਪਹਿਲਾਂ ਅਸੀਂ ਆਹ ਵਾਲਾ ਪੁਆਇੰਟ ਛੱਡ ਕੇ ਪਹਿਲਾਂ ਆਹ ਡਿਸਕਸ ਕਰਦੇ ਹਾਂ, ਕਾਰਬਨ ਡਾਈਆਕਸਾਈਡ ਗੈਸ ਵਿੱਚ ਵਾਧਾ। ਹੁਣ ਅਸੀਂ ਕਲਾਸ 7ਵੀਂ ਵਿੱਚ ਪੜ੍ਹ ਚੁੱਕੇ ਹਾਂ ਕਿ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੇ ਦੁਆਰਾ ਕਾਰਬਨ ਡਾਈਆਕਸਾਈਡ ਗੈਸ ਦਾ ਸੋਖ ਕਰਕੇ ਆਪਣਾ ਭੋਜਨ ਬਣਾਉਂਦੇ ਹਨ ਅਤੇ ਨਾਲ ਆਕਸੀਜਨ ਗੈਸ ਮੁਕਤ ਕਰਦੇ ਹਨ। ਹੁਣ ਜਿਹੜੇ ਪੌਦੇ ਆ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਆ ਲੈਂਦੇ ਆ। ਹੁਣ ਜੇ ਮੰਨ ਲਓ ਕਿ ਪੌਦਿਆਂ ਨੂੰ ਅਸੀਂ ਕੱਟ ਦੇਵਾਂਗੇ, ਹੁਣ ਜਿਹੜੀ ਜੀਵ ਜੰਤੂਆਂ ਦੁਆਰਾ ਮਨੁੱਖ ਦੇ ਦੁਆਰਾ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਆ, ਹੁਣ ਉਹ ਕੌਣ ਫਿਰ ਲਊਗਾ, ਕੌਣ ਸੋਖਿਤ ਕਰੂਗਾ? ਇਸ ਦਾ ਮਤਲਬ ਇਹ ਹੋਇਆ ਕਿ ਜੇ ਸਾਡੇ ਪੌਦੇ ਨਾ ਹੋਣ ਤੇ ਕਾਰਬਨ ਡਾਈਆਕਸਾਈਡ ਦਾ ਸੋਖ ਨਹੀਂ ਹੋਊਗਾ। ਇਸ ਕਾਰਨ ਜਿਹੜਾ ਸਾਡਾ ਕਾਰਬਨ ਡਾਈਆਕਸਾਈਡ ਦਾ ਸਤਰ ਆ ਸਾਡੀ ਧਰਤੀ ਤੇ ਕੀ ਹੋ ਰਿਹਾ, ਵੱਧ ਰਿਹਾ ਆ। ਹੁਣ ਧਰਤੀ ਦੇ ਤਾਪਮਾਨ ਵਿੱਚ ਵਾਧਾ, ਹੁਣ ਇਹਦੀ ਗੱਲ ਕਰਦੇ ਹਾਂ। ਧਰਤੀ ਦੇ ਤਾਪਮਾਨ ਵਿੱਚ ਵਾਧਾ ਕਿੱਦਾਂ ਹੁੰਦਾ? ਜਿੱਦਾਂ ਹੁਣ ਆਪਾਂ ਗੱਲ ਕਰ ਚੁੱਕੇ ਹਾਂ ਕਿ ਕਾਰਬਨ ਡਾਈਆਕਸਾਈਡ ਦਾ ਸਤਰ ਜਿਹੜਾ ਕੀ ਹੈ ਵੱਧ ਰਿਹਾ ਹੈ। ਹੁਣ ਸੂਰਜ ਦਾ ਜਿਹੜਾ ਤਾਪ ਆਉਂਦਾ ਧਰਤੀ ਦੇ ਉੱਪਰ, ਸੂਰਜ ਦੀ ਜਿਹੜੀ ਹੀਟ ਆਉਂਦੀ ਆ ਉਹਨੂੰ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਆ ਉਹਨੂੰ ਸੋਖਿਤ ਕਰਦੀ ਆ। ਉਹਨੂੰ ਸੋਖ ਤਾਂ ਕਰ ਲੈਂਦੀ ਹੈ ਪਰ ਰੇਡੀਏਟ ਨਹੀਂ ਕਰ ਸਕਦੀ। ਇਸ ਕਰਕੇ ਜਿਹੜੇ ਤਾਪ ਦੇ ਕਾਰਨ, ਤਾਪ ਸੋਕਣੇ ਦੇ ਕਾਰਨ ਸਾਡੇ ਧਰਤੀ ਦਾ ਜਿਹੜਾ ਤਾਪਮਾਨ ਆ ਉਹ ਵੱਧ ਰਿਹਾ ਆ। ਹਰ ਸਾਲ ਇਹ ਵੱਧ ਰਿਹਾ। ਇਸ ਕਰਕੇ ਇਸ ਨੂੰ ਕਹਿੰਦੇ ਹਾਂ ਅਸੀਂ ਗਲੋਬਲ ਵਾਰਮਿੰਗ। ਇਹ ਸਾਡੇ ਜਿਹੜੀ ਕਾਰਬਨ ਡਾਈਆਕਸਾਈਡ ਦਾ ਸਤਰ ਆ ਵਧਣ ਦੇ ਕਾਰਨ ਇਹ ਤਾਪ ਜ਼ਿਆਦਾ ਸੋਕਦੀ ਆ, ਸੂਰਜ ਦਾ ਤਾਪ ਜਿਹੜਾ ਆ। ਇਸ ਕਾਰਨ ਸਾਡਾ ਤਾਪਮਾਨ ਕੀ ਹੋ ਰਿਹਾ, ਵੱਧ ਰਿਹਾ, ਜਿਸ ਨੂੰ ਕਹਿੰਦੇ ਅਸੀਂ ਗਲੋਬਲ ਵਾਰਮਿੰਗ ਵੀ ਕਹਿੰਦੇ ਹਾਂ। ਓਕੇ, ਅਗਲਾ ਸਾਡਾ ਅਗਲਾ ਪੁਆਇੰਟ ਹੈ ਆਕਸੀਜਨ ਗੈਸ ਦੀ ਕਮੀ। ਹੁਣ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਕਿ ਪ੍ਰਕਾਸ਼ ਸੰਸਲੇਸ਼ਣ ਜਦੋਂ ਕਿਰਿਆ ਹੁੰਦੀ ਆ ਤੇ ਆਕਸੀਜਨ ਗੈਸ ਜਿਹੜੀ ਮੁਕਤ ਹੁੰਦੀ ਹੈ। ਹੁਣ ਜੇ ਮੰਨ ਲਓ ਪੌਦੇ ਹੀ ਨਹੀਂ ਰਹੇ ਤਾਂ ਆਕਸੀਜਨ ਗੈਸ ਕਿੱਥੋਂ ਆਊਗੀ? ਆਕਸੀਜਨ ਦੇ ਨਾਲ ਮਨੁੱਖ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਹੁੰਦੀਆਂ ਹਨ, ਜਿਵੇਂ ਕਿ ਸਾਹ ਕਿਰਿਆ ਹੋ ਗਈ, ਉਹ ਵੀ ਆਕਸੀਜਨ ਗੈਸ ਦੇ ਨਾਲ ਹੀ ਹੁੰਦੀ ਹੈ। ਕੰਬਸ਼ਨ ਜਲਣ ਕਿਰਿਆ ਅਤੇ ਹੋਰ ਬਹੁਤ ਸਾਰੀਆਂ ਕਿਰਿਆਵਾਂ ਆਕਸੀਜਨ ਦੀ ਮੌਜੂਦਗੀ ਵਿੱਚ ਹੀ ਹੁੰਦੀਆਂ ਹਨ। ਇਸ ਕਾਰਨ ਜਿਹੜੀ ਆਕਸੀਜਨ ਦੀ ਕਮੀ ਆਈ ਜਾ ਰਹੀ ਹੈ ਪੌਦਿਆਂ ਦੇ ਕੱਟਣੇ ਦੇ ਨਾਲ। ਓਕੇ, ਸਾਡਾ ਅਗਲਾ ਪੁਆਇੰਟ ਹੈ ਭੌਂਖੋਰ, ਜਿਸ ਨੂੰ ਕਹਿੰਦੇ ਹਾਂ ਅਸੀਂ ਸੋਇਲ ਇਰੋਜ਼ਨ। ਹੁਣ ਇਹਦੇ ਬਾਰੇ ਅਸੀਂ ਚਰਚਾ ਕਰਦੇ ਹਾਂ ਕਿ ਜਿਹੜੀਆਂ ਪੌਦਿਆਂ ਦੀਆਂ ਜੜ੍ਹਾਂ ਹੁੰਦੀਆਂ ਉਹ ਮਿੱਟੀ ਨੂੰ ਪਕੜ ਕੇ ਰੱਖਦੀਆਂ ਬਿਲਕੁਲ, ਪਰ ਜੇ ਮੰਨ ਲਓ ਕਿ ਪੌਦੇ ਹੀ ਨਹੀਂ ਰਹੇ ਤਾਂ ਫਿਰ ਮਿੱਟੀ ਨੂੰ ਪਕੜ ਕੇ ਕੌਣ ਰੱਖੂਗਾ? ਜੜ੍ਹਾਂ ਤਾਂ ਹੈ ਹੀ ਨਹੀਂ, ਜਿਹੜੀਆਂ ਪੌਦੇ ਤਾਂ ਹੈ ਹੀ ਨਹੀਂ ਜਿਨ੍ਹਾਂ ਦੀਆਂ ਜੜ੍ਹਾਂ ਪਕੜ ਕੇ ਰੱਖ ਸਕਦੀਆਂ ਹਨ। ਉਸ ਕਾਰਨ ਕੀ ਹੁੰਦਾ, ਜਦੋਂ ਵੀ ਕੋਈ ਵਰਖਾ ਆਉਂਦੀ ਆ ਜਾਂ ਫਿਰ ਅਸੀਂ ਕਹਿ ਦਿੰਦੇ ਆ ਜੀਵ ਜੰਤੂ ਜਦੋਂ ਚਰਦੇ ਆ, ਜਦੋਂ ਆਪਣਾ ਚਾਰਾ ਖਾਂਦੇ ਆ, ਉਹਨਾਂ ਦੇ ਪੈਰਾਂ ਦੇ ਨਾਲ ਮਿੱਟੀ ਨਿਕਲ ਕੇ ਸਾਰੀ ਉੱਥੋਂ ਨਿਕਲ ਜਾਂਦੀ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰੈਵਲ ਕਰ ਸਕਦੀ ਆ, ਪਹੁੰਚ ਸਕਦੀ ਆ, ਜਿਸ ਕਾਰਨ ਜਿੱਥੋਂ ਮਿੱਟੀ ਨਿਕਲੀ ਆ ਉੱਥੇ ਕੀ ਪੈ ਜਾਂਦਾ, ਸੋਕਾ ਪੈਣੇ ਦਾ
ਖਤਰਾ ਰਹਿੰਦਾ ਹੈ। ਓਕੇ, ਅਗਲਾ ਸਾਡਾ ਪੁਆਇੰਟ ਹੈ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਕਮੀ। ਹੁਣ ਇਹ ਕਮੀ ਕਿੱਦਾਂ ਹੁੰਦੀ ਆ? ਹੁਣ ਅਸੀਂ ਇਹ ਪਹਿਲਾਂ 7ਵੀਂ ਕਲਾਸ ਵਿੱਚ ਪੜ੍ਹ ਚੁੱਕੇ ਹਾਂ ਕਿ ਜਿਹੜੀ ਟੌਪ ਲੇਅਰ ਹੁੰਦੀ ਆ, ਮਿੱਟੀ ਦੀ ਉੱਪਰਲੀ ਪਰਤ ਜਿਹੜੀ ਹੁੰਦੀ ਆ, ਉੱਤੇ ਹੁੰਦੇ ਆ ਸਾਡੇ ਪੋਸ਼ਕ ਤੱਤ ਜੋ ਕਿ ਪੇੜ ਪੌਦਿਆਂ ਦੇ ਵਾਧੇ ਲਈ ਬਹੁਤ ਹੀ ਜ਼ਰੂਰੀ ਹਨ। ਹੁਣ ਜਦੋਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਚਰਚਾ ਕਰ ਚੁੱਕਾ ਹਾਂ ਕਿ ਪੌਦੇ ਜਿਹੜੇ ਆ ਉਹਨਾਂ ਦੀਆਂ ਜੜ੍ਹਾਂ ਉੱਪਰਲੀ ਪਰਤ ਨੂੰ ਐਨ ਜਕੜ ਕੇ ਰੱਖਦੀਆਂ, ਮਿੱਟੀ ਦੀ ਪਰਤ ਨੂੰ ਜਕੜ ਕੇ ਰੱਖਦੀਆਂ। ਜੇ ਪੌਦੇ ਹੀ ਨਹੀਂ ਰਹੇ ਤਾਂ ਜੜ੍ਹਾਂ ਵੀ ਨਹੀਂ ਹੋਊਗੀਆਂ, ਜੜ੍ਹਾਂ ਦੇ ਕਾਰਨ ਫਿਰ ਜਕੜ ਵੀ ਨਹੀਂ ਰਹਿਣੀ। ਹੁਣ ਜਿੱਦਾਂ ਵੀ ਕੋਈ ਵੀ ਹੜ੍ਹ ਜਾਂ ਫਿਰ ਕੋਈ ਵੀ ਵਰਖਾ ਆਉਂਦੀ ਆ, ਉਹ ਇੱਦਾਂ ਹੀ ਜਿਹੜੀ ਉੱਪਰਲੀ ਟੌਪ ਲੇਅਰ ਆ ਉਹਨੂੰ ਬਹਾ ਕੇ ਲੈ ਜਾਊਗੀ। ਹੁਣ ਟੌਪ ਲੇਅਰ ਦੇ ਵਿੱਚ ਪੋਸ਼ਕ ਤੱਤ ਹੁੰਦੇ ਆ, ਮੱਲੜ ਵਧੇਰੇ ਹੁੰਦਾ ਹੈ, ਜਿਸ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਵਿੱਚ ਹਿਊਮਸ ਕਹਿੰਦੇ ਆ। ਉਹ ਕੀ ਕਰ ਜਾਂਦਾ? ਨਿਕਲ ਜਾਂਦਾ। ਇਸ ਕਾਰਨ ਪੋਸ਼ਕ ਤੱਤਾਂ ਦੀ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਮਿੱਟੀ ਦੇ ਵਿੱਚ ਪੋਸ਼ਕ ਤੱਤਾਂ ਦੀ ਕਮੀ ਆ ਜਾਂਦੀ ਹੈ। ਅਗਲਾ ਕੀ ਹੈ ਸਾਡਾ? ਹੜ੍ਹ। ਹੁਣ ਹੜ੍ਹ, ਇਸ ਦੇ ਬਾਰੇ ਗੱਲ ਕਰਦੇ ਹਾਂ। ਹੁਣ ਅਸੀਂ ਕਲਾਸ 7ਵੀਂ ਵਿੱਚ ਹੀ ਫੇਰ ਜਾਵਾਂਗੇ, ਉਸ ਵਿੱਚ ਹੀ ਚਰਚਾ ਕਰਦੇ ਹਾਂ। ਹੁਣ ਉਦੋਂ ਪੜ੍ਹਿਆ ਸੀਗਾ ਆਪਾਂ, ਪਹਿਲਾਂ ਜਦੋਂ ਵਰਖਾ ਹੁੰਦੀ ਆ ਉਹ ਸਭ ਤੋਂ ਪਹਿਲਾਂ ਡਿੱਗਦੀ ਆ ਪੇੜ ਪੌਦਿਆਂ ਦੇ ਪੱਤਿਆਂ ਦੇ ਉੱਪਰ, ਫਿਰ ਹੌਲੀ ਹੌਲੀ ਉਹ ਧਰਤੀ 'ਤੇ ਡਿੱਗਦੀ ਆ। ਹੌਲੀ ਹੌਲੀ ਉਸ ਦਾ ਰਸਾਅ ਜਿਹੜਾ ਪਰਤਾਂ ਦੇ ਰਾਹੀਂ ਹੁੰਦਾ ਆ, ਧਰਤੀ ਦੀਆਂ ਪਰਤਾਂ ਦੇ ਰਾਹੀਂ ਹੋ ਕੇ ਉਹ ਜ਼ਮੀਨ ਦੇ ਅੰਦਰ ਜਾਂਦਾ ਪਾਣੀ। ਪਰ ਜੇ ਦਰਖਤ ਹੀ ਨਹੀਂ ਸਾਡੇ ਹੋਣਗੇ, ਉਹ ਪਾਣੀ ਜਿਹੜਾ ਸਿੱਧਾ ਡਿੱਗੂਗਾ ਧਰਤੀ ਦੇ ਉੱਪਰ, ਜਿਸ ਕਾਰਨ ਉਹ ਤਲਾਬਾਂ ਦੇ ਵਿੱਚ ਜਾਂ ਸਮੁੰਦਰਾਂ ਦੇ ਵਿੱਚ ਸਿੱਧਾ ਚਲਾ ਜਾਊਗਾ, ਜਿਸ ਕਾਰਨ ਸਮੁੰਦਰਾਂ ਦਾ ਲੈਵਲ ਜਾਂ ਤਲਾਬਾਂ ਦਾ ਲੈਵਲ ਕੀ ਹੋ ਜਾਊਗਾ? ਵੱਧ ਜਾਊਗਾ, ਜਿਸ ਨਾਲ ਹੜ੍ਹ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਓਕੇ, ਅਗਲਾ ਹੈ ਸਾਡਾ ਵਰਖਾ ਵਿੱਚ ਕਮੀ। ਹੁਣ ਵਰਖਾ ਵਿੱਚ ਕਮੀ ਕਿੱਦਾਂ ਹੁੰਦੀ ਆ? ਅਸੀਂ ਕਲਾਸ 6ਵੀਂ ਵਿੱਚ ਵਾਸ਼ਪੀਕਰਨ ਕਿਰਿਆ ਦੇ ਬਾਰੇ ਪੜ੍ਹਿਆ ਸੀਗਾ ਕਿ ਪੌਦੇ ਜਿਹੜੇ ਆ ਵਾਸ਼ਪੀਕਰਨ ਕਿਰਿਆ ਦੇ ਰਾਹੀਂ ਵਾਯੂਮੰਡਲ ਵਿੱਚ ਪੱਤਿਆਂ ਦੁਆਰਾ ਵਾਸ਼ਪ ਛੱਡਦੇ ਆ, ਪਾਣੀ ਛੱਡਦੇ ਆ। ਜਿਹੜਾ ਉਹ ਵਾਸ਼ਪ ਹੁੰਦਾ ਆ ਉੱਪਰ ਜਾ ਕੇ ਉਸ ਦੇ ਨਾਲ ਬੱਦਲ ਬਣਦੇ ਆ। ਬੱਦਲ ਫਿਰ ਕੀ ਕਰਦੇ ਆ? ਵਰਖਾ ਲਿਆਉਣ ਵਿੱਚ ਸਹਾਇਤਾ ਹੁੰਦੇ ਆ। ਪਰ ਮੰਨ ਲਓ ਕਿ ਜੇ ਅਸੀਂ ਪੌਦੇ ਹੀ ਕੱਟ ਦੇਵਾਂਗੇ ਤਾਂ ਵਾਸ਼ਪੀਕਰਨ ਕਿਰਿਆ ਕਿੱਥੋਂ ਹੋਊਗੀ, ਜਿਸ ਨੂੰ ਅਸੀਂ ਕਹਿੰਦੇ ਆ ਟਰਾਂਸਪੀਰੇਸ਼ਨ ਅੰਗਰੇਜ਼ੀ ਭਾਸ਼ਾ ਦੇ ਵਿੱਚ। ਉਹ ਜੇ ਨਹੀਂ ਹੋਈ ਤਾਂ ਵਾਯੂਮੰਡਲ ਵਿੱਚ ਵਾਸ਼ਪ ਕਿੱਥੋਂ ਆਊਗਾ, ਜਿਹੜਾ ਕਿ ਜਾ ਕੇ ਉੱਪਰ ਬੱਦਲ ਬਣਾ ਸਕੇ। ਇਸ ਕਾਰਨ ਵਰਖਾ ਵਿੱਚ ਕੀ ਆ ਜਾਂਦੀ ਆ? ਉੱਥੇ ਕਮੀ ਆ ਸਕਦੀ ਹੈ ਧਰਤੀ 'ਤੇ। ਅਗਲਾ ਹੈਗਾ ਡਿਕਰੀਜ਼ ਇਨ ਲੈਵਲ ਆਫ ਗਰਾਊਂਡ ਵਾਟਰ। ਭੂਮੀ ਜਲ ਦਾ ਜਿਹੜਾ ਸਤਰ ਆ ਉਹ ਕੀ ਹੋ ਰਿਹਾ? ਘਟ ਰਿਹਾ ਆ। ਓਕੇ, ਹੁਣ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਪੌਦੇ ਆ, ਜਦੋਂ ਵਰਖਾ ਹੁੰਦੀ ਆ ਉਹ ਪਹਿਲਾਂ ਪੌਦਿਆਂ ਦੇ ਪੱਤੇ 'ਤੇ ਡਿੱਗਦੀ ਆ, ਫਿਰ ਧਰਤੀ 'ਤੇ ਡਿੱਗਦੀ ਆ, ਹੌਲੀ ਹੌਲੀ ਉਸ ਦਾ ਰਿਸਾਅ ਹੁੰਦਾ ਤਾਂ ਫਿਰ ਉਹ ਭੂਮੀ ਜਲ ਵਿੱਚ ਚਲਾ ਜਾਂਦਾ ਪਾਣੀ, ਹੌਲੀ ਹੌਲੀ ਰਿਸ ਕੇ। ਪਰ ਜੇ ਮੰਨ ਲਓ ਕਿ ਦਰਖਤ ਹੀ ਨਾ ਸਾਡੇ ਹੋਊਗੇ, ਉਹ ਪਾਣੀ ਸਿੱਧਾ ਡਿੱਗੂਗਾ। ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹ ਪਾਣੀ ਸਿੱਧਾ ਡਿੱਗ ਕੇ ਤਲਾਬਾਂ ਵਿੱਚ ਜਾਂ ਸਮੁੰਦਰਾਂ ਵਿੱਚ ਜਾਊਗਾ, ਜਿਸ ਕਾਰਨ ਉਹਨਾਂ ਦਾ ਲੈਵਲ ਜਿਹੜਾ ਵੱਧ ਜਾਂਦਾ ਹੈ। ਲੈਵਲ ਵਧਣੇ ਦੇ ਨਾਲ ਹੜ੍ਹ ਆਉਣੇ ਦੀ ਸਮੱਸਿਆਵਾਂ ਜ਼ਿਆਦਾ ਹੋ ਸਕਦੀ ਹੈ। ਅਤੇ ਹੁਣ ਜੇ ਪਾਣੀ ਅੰਦਰ ਧਰਤੀ 'ਤੇ ਗਿਆ ਹੀ ਨਹੀਂ ਅਤੇ ਉਸ ਦੇ ਨਾਲ ਫਿਰ ਭੂਮੀ ਜਲ ਦਾ ਪੱਧਰ ਉੱਪਰ ਕਿੱਦਾਂ ਹੋ ਸਕਦਾ ਹੈ? ਉਹ ਤਾਂ ਨੀਵਾਂ ਹੀ ਹੁੰਦਾ ਜਾਊਗਾ। ਇਸ ਕਾਰਨ ਇਸ ਨੂੰ ਕਹਿੰਦੇ ਅਸੀਂ ਭੂਮੀ ਜਲ ਵਿੱਚ ਕਮੀ ਆ ਸਕਦੀ ਹੈ, ਡਿਕਰੀਜ਼ ਇਨ ਲੈਵਲ ਆਫ ਗਰਾਊਂਡ ਵਾਟਰ। ਇਹ ਸੀ ਸਾਡੇ ਕੁਝ ਪ੍ਰਭਾਵ। ਹੁਣ ਅਸੀਂ ਨੈਕਸਟ ਇਸ ਤੋਂ ਅਗਲਾ ਟੌਪਿਕ ਕਰਾਂਗੇ।